ਅੱਜ ਦੇ ਦਿਨ ਦੀ ਆਪਾਂ ਸ਼ੁਰੂਆਤ ਕਰਾਂਗੇ ਇੱਕ ਨਵੇਂ ਟੌਪਿਕ ਦੇ ਨਾਲ ਸੋਸ਼ੀਓ ਰਿਲੀਜੀਅਸ ਰਿਫਾਰਮ ਮੂਵਮੈਂਟਸ। ਜਿਹੜਾ ਅੱਜ ਆਪਣਾ ਜਿਹੜਾ ਅੱਜ ਦਾ ਵੀਡੀਓ ਦਾ ਕੰਟੈਂਟ ਹੋਏਗਾ ਉਹ ਕਿਹੜੇ ਫੈਕਟਰਸ ਸੀਗੇ ਜਿਹਦੇ ਕਰਕੇ ਸਾਨੂੰ ਰਿਫਾਰਮਸ ਕਰਨ ਦੀ ਲੋੜ ਪਈ, ਅਤੇ ਸੋਸ਼ਲ ਯਾਨੀ ਕਿ ਜਿਹੜੇ ਸਮਾਜ ਸੁਧਾਰ ਦੇ ਵਿੱਚ ਆਪਾਂ ਸਮਾਜ ਸੁਧਾਰ ਕਰਨ ਦੇ ਲਈ ਧਰਮ ਦੇ ਵਿੱਚ ਆਪਾਂ ਰਿਫਾਰਮਸ ਕਿਉਂ ਕਰਨੇ ਪਏ। ਫਿਰ ਉਹ ਤੋਂ ਬਾਅਦ ਕੁਛ ਇੰਪੋਰਟੈਂਟ ਵਰਕ ਹੋਏਗਾ ਸੋਸ਼ਲ ਰਿਫਾਰਮਰਸ ਦਾ, ਜਿਵੇਂ ਕਿ ਰਾਜਾ ਰਾਮ ਮੋਹਨ ਰਾਏ ਜਾਂ ਫਿਰ ਹੋਰ ਜਿਹੜੇ ਆਪਣੇ ਸੋਸ਼ਲ ਰਿਫਾਰਮਰਸ ਨੇ ਜਿਹੜੇ ਪੇਪਰ ਆਫ ਪੁਆਇੰਟ ਆਫ ਵਿਊ ਤੋਂ ਆਪਣੇ ਇੰਪੋਰਟੈਂਟ ਨੇ, ਉਹਨਾਂ ਦਾ ਵਰਕ ਹੋ ਗਿਆ, ਉਹਨਾਂ ਦੀ ਆਰਗੇਨਾਈਜੇਸ਼ਨਸ ਹੋਣਗੀਆਂ। ਆਪਣੇ ਅੱਜ ਦਾ ਟੌਪਿਕ ਸਿਰਫ ਇੰਨਾ ਹੀ ਹੋਏਗਾ ਕਿਉਂਕਿ ਅੱਜ ਦਾ ਜਿਹੜਾ ਟੌਪਿਕ ਹੈ ਉਹ ਤਕਰੀਬਨ ਫੈਕਟ ਬੇਸ ਹੈ, ਅਤੇ ਆਪਾਂ ਨੂੰ ਐਜ਼ ਏ ਵਨ ਲਾਈਨਰ ਕੁਐਸਚਨ ਲਈ ਸਿਰਫ ਇੰਨਾ ਹੀ ਇੰਪੋਰਟੈਂਟ ਹੈ। ਅਤੇ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੱਲ ਕਿ ਆਪਾਂ ਸ਼ੇਅਰ, ਸਬਸਕ੍ਰਾਈਬ, ਲਾਈਕ ਅਤੇ ਕਮੈਂਟ ਜ਼ਰੂਰ ਕਰਕੇ ਤੁਹਾਨੂੰ ਫੀਡਬੈਕ ਦਿਓ ਤਾਂ ਕਿ ਜਿਹੜੀ ਆਵਾਜ਼ ਹੈ ਹੋਰ ਲੋਕਾਂ ਤੱਕ ਵੀ ਪਹੁੰਚ ਸਕੇ। ਅਤੇ ਆਪਾਂ ਨਵੇਂ ਟੌਪਿਕ ਸਟਾਰਟ ਕਰਨ ਤੋਂ ਪਹਿਲਾਂ ਇੱਕ ਕੁਇਕ ਰਿਵੀਜ਼ਨ ਕਰਾਂਗੇ, ਅਤੇ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਆਪਾਂ ਮਾਡਰਨ ਸਪੈਕਟਰਮ ਕਰ ਰਹੇ ਹਾਂ, ਮਾਡਰਨ ਹਿਸਟਰੀ, ਇੰਡੀਅਨ ਮਾਡਰਨ ਹਿਸਟਰੀ ਕਰ ਰਹੇ ਹਾਂ ਸਪੈਕਟਰਮ ਦੇ ਵਿੱਚੋਂ, ਅਤੇ ਇਹ ਆਪਣਾ ਲੈਕਚਰ ਨੰਬਰ 2 ਹੈ। ਫਸਟ ਲੈਕਚਰ 'ਚ ਆਪਾਂ ਕਰਕੇ ਆਏ ਹਾਂ 1857 ਦਾ ਰਿਵੋਲਟ, ਅਤੇ ਆਪਾਂ ਹੁਣ ਕੁਇਕ ਰਿਵੀਜ਼ਨ ਕਰਾਂਗੇ ਕਿਉਂਕਿ ਜਿਹੜੀ ਰਿਵੀਜ਼ਨ ਕਰਨੀ ਵੀ ਉਨੀ ਹੀ ਇੰਪੋਰਟੈਂਟ ਹੈ ਪੇਪਰ ਦੇ ਲਈ, ਅਤੇ ਜਿੰਨਾ ਕਿ ਆਪਾਂ ਟਾਈਮ ਸਿਰ ਸਿਲੇਬਸ ਕੰਪਲੀਟ ਕਰਨਾ। ਅਤੇ ਹੁਣ ਆਪਾਂ ਕੁਇਕ ਰਿਵੀਜ਼ਨ 'ਚ ਉਹ ਵਾਲੇ ਸਿਰਫ ਉਹੀ ਪੁਆਇੰਟ ਕਰਾਂਗੇ ਕਿ ਜਿਹੜੇ ਕਿ ਐਗਜ਼ਾਮ 'ਚ ਆਪਾਂ ਨੂੰ ਕੁਐਸਚਨ ਦੇ ਰੂਪ ਦੇ ਵਿੱਚ ਦਿਖਦੇ ਨੇ। ਆਪਾਂ 1857 ਦੇ ਰਿਵੋਲਟ 'ਚ ਦੇਖੇ ਸੀ ਉਹਦੇ ਕੁਝ ਕੁ ਕਾਰਨ, ਇਕਨੋਮਿਕ ਕਾਜ਼ ਦੇਖੇ, ਆਪਾਂ ਪੋਲੀਟੀਕਲ ਕਾਜ਼ ਦੇਖੇ, ਐਡਮਿਨਿਸਟ੍ਰੇਟਿਵ ਦੇਖੇ, ਮਿਲਟਰੀ ਕਾਜ਼ਿਸ ਦੇਖੇ। ਅਤੇ ਜਿਹੜਾ ਇੱਕ ਇਮੀਡੀਏਟ ਕਾਜ਼ ਸੀਗਾ ਉਹ ਸੀਗਾ ਗਰੀਸਡ ਕਾਰਟੇਜ, ਜਿਹੜਾ ਕਿ ਉਦੋਂ ਇਨਫੀਲਡ ਰਾਈਫਲ ਇੰਟਰੋਡਿਊਸ ਕੀਤੀ ਗਈ ਸੀਗੀ। ਜਿਹੜਾ ਇਹ ਗਰੀਸਡ ਕਾਰਟੇਜ ਸੀਗਾ ਇਹ ਸੂਰ ਅਤੇ ਗਾਂ ਦੀ ਚਰਬੀ ਦੇ ਨਾਲ ਬਣਿਆ ਹੋਇਆ ਸੀ। ਆਪਾਂ ਨੂੰ ਕਈ ਵਾਰ ਕੁਐਸਚਨ ਪੇਪਰ 'ਚ ਇਹ ਹੁੰਦਾ ਹੈ ਕਿ 1857 ਦੇ ਰਿਵੋਲਟ ਦਾ ਇਮੀਡੀਏਟ ਕਾਜ਼ ਕੀ ਸੀਗਾ, ਤਾਂ ਉੱਥੇ ਆਪਣਾ ਆਨਸਰ ਹੋਏਗਾ ਗਰੀਸਡ ਕਾਰਟੇਜ। ਫਿਰ ਆਪਾਂ ਉਸ ਤੋਂ ਬਾਅਦ ਦੇਖਿਆ ਇਹਦੇ ਸੈਂਟਰ ਆਫ ਰਿਵੋਲਟ ਐਂਡ ਲੀਡਰਸ, ਇਹ ਆਪਾਂ ਨੂੰ ਮੈਚ ਦਾ ਫੋਲੋਇੰਗ 'ਚ ਕਈ ਵਾਰ ਪੁੱਛਦੇ ਨੇ, ਅਤੇ ਆਪਾਂ ਇਹ 'ਚ ਹੈਕ ਕੀਤਾ ਸੀਗਾ ਦਿੱਲੀ ਤੋਂ ਲੀਡ ਕੀਤਾ ਸੀਗਾ ਇਸ ਰਿਵੋਲਟ ਨੂੰ ਜਨਰਲ ਬਖਤ ਖਾਨ ਨੇ, ਕਾਨਪੁਰ ਤੋਂ ਕੀਤਾ ਸੀ ਨਾਨਾ ਸਾਹਿਬ ਨੇ, ਲਖਨਊ ਤੋਂ ਕੀਤਾ ਸੀ ਬੇਗਮ ਹਜ਼ਰਤ ਮਹਿਲ, ਬਰੇਲੀ ਤੋਂ ਖਾਨ ਬਹਾਦਰ ਖਾਨ, ਬਿਹਾਰ ਤੋਂ ਕਨਵਰ ਸਿੰਘ, ਫੈਜ਼ਾਬਾਦ ਤੋਂ ਮੌਲਵੀ ਅਹਿਮਦੁੱਲਾ, ਝਾਂਸੀ ਤੋਂ ਰਾਣੀ ਲక్ష్ਮੀ ਬਾਈ, ਭਗਤ ਤੋਂ ਸ਼ਾਹ ਮਲ। ਫਿਰ ਉਸ ਤੋਂ ਬਾਅਦ ਆਪਾਂ ਕੀਤਾ ਸੀ ਬ੍ਰਿਟਿਸ਼ ਰੈਜ਼ਿਸਟੈਂਸ, ਕਿ ਉਹਨੇ ਕਿਵੇਂ ਜਿਹੜੇ ਬ੍ਰਿਟਿਸ਼ਰਸ ਨੇ ਇਹਨੂੰ ਕਿਵੇਂ ਸਪਰੈਸ ਕੀਤਾ, ਅਤੇ ਕਿਹੜੀਆਂ ਸਟੇਟਸ ਨੂੰ ਰੀਕੈਪਚਰ ਕਿਹੜੇ ਜਰਨਲ ਨੇ ਕੀਤਾ। ਦਿੱਲੀ ਨੂੰ ਰੀਕੈਪਚਰ ਕੀਤਾ ਸੀ ਜੌਨ ਨਿਕੋਲਸਨ ਨੇ, ਕਾਨਪੁਰ ਅਤੇ ਲਖਨਊ ਸਰ ਕੋਲਿਨ ਕੈਂਪਵਿਲ ਨੇ ਕੀਤਾ ਸੀ ਕੈਪਚਰ ਦੁਬਾਰਾ ਤੋਂ। ਇਸੇ ਤਰ੍ਹਾਂ ਝਾਂਸੀ ਨੂੰ ਕਬਜ਼ਾ ਕੀਤਾ ਸੀਗਾ ਹਗ ਰੋਜ਼, ਬਨਾਰਸ ਜੇਮਸ ਨੀਲ। ਇਹ ਵੀ ਕਈ ਵਾਰ MCQ 'ਚ ਪੁੱਛਿਆ ਜਾਂਦਾ ਕਿ ਇਹਨੂੰ ਰੀਕੈਪਚਰ ਕਿਹੜੀ ਟੈਰੀਟਰੀ ਨੂੰ ਰੀਕੈਪਚਰ ਕਿਹੜੇ ਅੰਗਰੇਜ਼ ਦੁਆਰਾ ਕੀਤਾ ਗਿਆ ਸੀ। ਫਿਰ ਉਸ ਤੋਂ ਬਾਅਦ ਆਪਾਂ 1857 ਦੇ ਰਿਵੋਲਟ ਦੇ ਫੇਲੀਅਰ ਦੇ ਕੁਝ ਕਾਜ਼ਿਸ ਦੇਖੇ ਸੀ, ਜਿਨ੍ਹਾਂ ਵਿੱਚ ਸਭ ਤੋਂ ਇੰਪੋਰਟੈਂਟ ਜਿਹੜਾ ਕਾਜ਼ ਸੀਗਾ ਕਿ ਇਹ ਆਲ ਇੰਡੀਆ ਲੈਵਲ 'ਤੇ ਸਪਰੈਡ ਨਹੀਂ ਸੀ ਹੋਇਆ, ਅਤੇ ਇਹਦੇ ਵਿੱਚ ਹਰ ਵਰਗ ਦੇ ਲੋਕ ਯਾਨੀ ਕਿ ਸੋਸਾਇਟੀ ਦੇ ਵਿੱਚ ਜਿੰਨੇ ਵਰਗ ਨੇ ਉਹ ਸਾਰੇ ਲੋਕਾਂ ਨੇ ਇਹਦੇ ਵਿੱਚ ਸਪੈਸ਼ਲੀ ਮਿਡਲ ਕਲਾਸ ਨੇ ਪਾਰਟੀਸਪੇਟ ਨਹੀਂ ਸੀ ਕੀਤਾ, ਕਿਉਂਕਿ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਮਿਡਲ ਕਲਾਸ ਇਹਨੂੰ ਦੇਖਦੀ ਸੀ ਐਜ਼ ਏ ਬੈਕਵਰਡ ਲੁਕਿੰਗ। ਫਿਰ ਉਸ ਤਰ੍ਹਾਂ ਜਿਹੜੇ ਸਾਡੇ ਰੂਲਰਸ ਸੀਗੇ ਉਹਨਾਂ ਵੀ ਜਿਹੜੀ ਆਪਣੀ ਐਕਟਿਵ ਸਪੋਰਟ ਸੀਗੀ ਉਹ ਬ੍ਰਿਟਿਸ਼ਰਸ ਨੂੰ ਦਿੱਤੀ ਸੀ ਤਾਂ ਕਿ ਜਿਹੜੀ ਉਹਨਾਂ ਦੀ ਪੋਜੀਸ਼ਨ ਆ ਉਹ ਡਾਊਨਗ੍ਰੇਡ ਨਾ ਹੋ ਸਕੇ। ਫਿਰ ਉਸ ਤੋਂ ਬਾਅਦ ਜਿਹੜੇ ਸਾਡੇ ਰਿਸੋਰਸਿਸ ਦੀ ਘਾਟ ਸੀ ਸਾਡੇ ਲੋਕਾਂ ਕੋਲ ਐਜ਼ ਏ ਬ੍ਰਿਟਿਸ਼ਰ ਕਾਊਂਟਰ ਪਾਰਟ, ਜੇ ਆਪਾਂ ਉਹਨਾਂ ਨੂੰ ਕੰਪੇਅਰ ਕਰਦੇ ਹਾਂ, ਕਿਉਂਕਿ ਉਹਨਾਂ ਕੋਲ ਆਧੁਨਿਕ ਹਥਿਆਰ ਸੀਗੇ, ਕਮਿਊਨੀਕੇਸ਼ਨਸ ਦੇ ਮਾਡਰਨ ਮੀਨਸ ਸੀਗੇ, ਕਿਉਂਕਿ ਉੱਥੋਂ ਟੈਲੀਗ੍ਰਾਮ ਆ ਚੁੱਕਿਆ ਸੀਗਾ, ਟੈਲੀਫੋਨਸ ਹੋ ਗਏ ਸੀਗੇ, ਅਤੇ ਜਿਹੜੀ ਆਪਣੀ ਲਾਈਨ ਆ ਰੇਲ ਲਾਈਨ ਉਹ ਵੀ ਆ ਗਈ ਸੀਗੀ। ਫਿਰ ਉਸ ਤੋਂ ਬਾਅਦ ਕੋਆਰਡੀਨੇਸ਼ਨ, ਲੈਕ ਆਫ ਕੋਆਰਡੀਨੇਸ਼ਨ ਐਂਡ ਸੈਂਟਰਲ ਲੀਡਰਸ਼ਿਪ, ਸਾਡੇ ਕੋਲ ਇੱਕ ਸੈਂਟਰਲ ਲੀਡਰਸ਼ਿਪ ਨਹੀਂ ਸੀ, ਹਰ ਕੋਈ ਆਪਣੇ ਇੱਕ ਆਈਡੀਓਲੋਜੀ ਵੀ ਨਹੀਂ ਸੀ ਕਾਮਨ, ਜਿਹਦੇ ਕਰਕੇ ਹਰ ਕੋਈ ਆਪਣੇ ਆਪਣੇ ਕਾਰਨ ਪਿੱਛੇ ਲੜ ਰਹੇ ਸੀ, ਕਿਸੇ ਨੂੰ ਤਨਖਾਹ ਨਹੀਂ ਸੀ ਮਿਲਦੀ ਜਾਂ ਕਿਸੇ ਨੂੰ ਪੈਨਸ਼ਨ ਨਹੀਂ ਸੀ ਮਿਲਦੀ, ਜਾਂ ਕੋਈ ਜਿਹੜਾ ਆਪਣਾ ਲੀਗਲ ਹੇਅਰ ਆ ਉਹ ਨਹੀਂ ਸੀ ਐਲਾਨ ਸਕਦਾ। ਫਿਰ ਉਸ ਤੋਂ ਬਾਅਦ ਜਿਹੜਾ ਇੱਕ ਇਹਦਾ ਪੋਲੀਟੀਕਲ ਪਰਸਪੈਕਟਿਵ ਸੀਗਾ ਆਪਾਂ ਉਹ ਦੇਖਿਆ, ਇਹ ਸੀ ਆਪਣੇ 1857 ਦੇ ਫੇਲ ਹੋਣ ਦੇ ਕਾਰਨ। ਫਿਰ ਉਸ ਤੋਂ ਬਾਅਦ ਆਪਾਂ ਕੀਤਾ ਸੀ ਨੇਚਰ ਆਫ ਰਿਵੋਲਟ, ਕਿ ਇਹਦਾ ਨੇਚਰ ਕਿਵੇਂ ਹੈ, ਕਿ ਆਥਰ ਇਹਨੂੰ ਕਿਵੇਂ ਦੇਖਦੇ ਨੇ। ਸਭ ਤੋਂ ਇੰਪੋਰਟੈਂਟ ਚੀਜ਼ ਆਪਾਂ ਦੇਖਿਆ ਸੀ R.C. ਮਜੂਮਦਾਰ ਦਾ, R.C. ਮਜੂਮਦਾਰ, ਜਿਹਨੇ ਇਸ ਬਾਰੇ ਕਮੈਂਟ ਕੀਤਾ ਸੀ ਨੀਦਰ ਫਸਟ ਨੌਰ ਨੈਸ਼ਨਲ ਨੌਰ ਏ ਵਾਰ ਆਫ ਇੰਡੀਪੈਂਡੈਂਸ। ਫਿਰ V.D. ਸਾਵਰਕਰ, ਜਿਹੜਾ ਕਿ ਅਕਸਰ ਕਈ ਵਾਰ ਪੇਪਰ 'ਚ ਹੁੰਦਾ ਹੈ, V.D. ਸਾਵਰਕਰ ਆਪਾਂ ਨੂੰ ਉਹਦੀ ਲਾਈਨ ਦਿੱਤੀ ਹੁੰਦੀ ਹੈ ਅਤੇ ਪੁੱਛਿਆ ਹੁੰਦਾ V.D. ਸਾਵਰਕਰ ਨੇ ਕੀ ਕਮੈਂਟ ਕੀਤਾ ਸੀ। ਵਾਰ ਆਫ ਇੰਡੀਅਨ ਇੰਡੀਪੈਂਡੈਂਸ, ਅਤੇ ਇੱਕ ਜਿਹੜੀ ਬੁੱਕ ਲਿਖੀ ਸੀ ਫਸਟ ਵਾਰ ਆਫ ਇੰਡੀਅਨ ਇੰਡੀਪੈਂਡੈਂਸ, ਉਹ ਵੀ V.D. ਸਾਵਰਕਰ ਦੀ ਲਿਖੀ ਹੋਈ ਹੈ। ਫਿਰ ਜੇ ਹੁਣ ਆਪਾਂ ਇਹਨੂੰ ਕੰਪੇਅਰ ਕਰਨਾ ਹੋਵੇ, ਆਪਾਂ ਇੱਕ ਰੀਸੈਂਟ ਐਗਜ਼ਾਮਪਲ ਨਾਲ ਇਹਨੂੰ ਕੰਪੇਅਰ ਕਰ ਸਕਦੇ ਹਾਂ ਵੀ ਜਿਹੜੀ ਇਹਦੀ ਪੋਜ਼ੀਟਿਵ ਆਊਟਕਮ ਹੈ
ਰਿਵੋਲਟ ਦੀ, ਭਾਵੇਂ ਕਿ ਇਹਦੀ ਪੋਜ਼ੀਟਿਵ ਆਊਟਕਮ ਇਨ ਦ ਸੈਂਸ ਇਹ ਆਪਾਂ ਨੂੰ ਆਜ਼ਾਦੀ ਦਿਵਾਉਣ ਦੇ ਵਿੱਚ ਤਾਂ ਸਕਸੈਸਫੁਲ ਨਹੀਂ ਹੋਇਆ ਸੀ, ਬਟ ਇਹਦਾ ਇੱਕ ਪੋਜ਼ੀਟਿਵ ਆਊਟਕਮ ਸੀਗਾ ਹਿੰਦੂ ਮੁਸਲਿਮ ਯੂਨਿਟੀ, ਇੱਕ ਜਿਹੜੀ ਧਾਰਮਿਕ ਕਮਿਊਨਲ ਯੂਨਿਟੀ ਸੀਗੀ ਉਹ ਹੋ ਗਈ ਸੀਗੀ। ਤੇ ਆਪਾਂ ਜਿਹਦਾ ਰੀਸੈਂਟ ਐਗਜ਼ਾਮਪਲ ਦੇਖੀਏ ਕਿਸਾਨ ਐਜੀਟੇਸ਼ਨ, ਇਹਦੇ ਵਿੱਚ ਵੀ ਆਪਾਂ ਇੱਕ ਜਿਹੜਾ ਮੇਨ ਫੈਕਟ ਇਹ ਸਕਸੈਸਫੁਲ ਤਾਂ ਹੋ ਗਿਆ ਆਪਣੇ ਏਮਸ ਦੇ ਵਿੱਚ, ਆਪਣੇ ਫਾਰਮਸ ਲਾਅ ਨੂੰ ਰਿਪੀਲ ਕਰਨ ਦੇ ਵਿੱਚ, ਬਟ ਜਿਹੜਾ ਤੁਹਾਨੂੰ ਦੱਸ ਰਿਹਾ ਇੱਕ ਸਿਗਨੀਫਿਕੈਂਟ ਆਊਟਕਮ ਹੈ ਉਹ ਇਹਦਾ ਇਹ ਰਿਹਾ ਹਿੰਦੂ ਮੁਸਲਿਮ ਸਿੱਖ ਈਸਾਈ ਜਿਹੜੀ ਯੂਨਿਟੀ ਆ ਉਹ ਆਪਾਂ ਨੂੰ ਇਸ ਦੇ ਦੌਰਾਨ ਦਿਖੀ, ਯਾਨੀ ਕਿ ਦੋਨਾਂ 'ਚ ਇੱਕ ਕਾਮਨ ਫੈਕਟਰ ਸੀਗਾ। ਫਿਰ ਆਪਾਂ ਅੱਜ ਦੇ ਮੇਨ ਟੌਪਿਕ ਦੇ ਉੱਪਰ ਆਪਾਂ ਕੰਸਨਟਰੇਟ ਕਰਦੇ ਹਾਂ ਸੋਸ਼ੀਓ ਰਿਲੀਜੀਅਸ ਰਿਫਾਰਮ ਮੂਵਮੈਂਟਸ। ਸਭ ਤੋਂ ਪਹਿਲਾਂ ਕਿ ਸਾਨੂੰ ਦੱਸਿਆ ਵੀ ਹੈ ਜੀ ਕਿਹੜੇ ਫੈਕਟਰ ਸੀਗੇ ਜਿਹਦੇ ਕਰਕੇ ਸਾਨੂੰ ਇਹ ਰਿਫਾਰਮਸ ਕਰਨੇ ਪਏ। ਇਹ ਰਿਫਾਰਮਸ ਤਾਂ ਕਰਨੇ ਪਏ ਕਿਉਂਕਿ ਜਿਹੜਾ 19ਵੀਂ ਸਦੀ ਦਾ ਭਾਰਤ ਸੀਗਾ ਉਹ ਇੱਕ ਵਿਸ਼ੀਅਸ ਵੈਬ ਦੇ ਵਿੱਚ, ਯਾਨੀ ਕਿ ਧਾਰਮਿਕ ਕੱਟੜਤਾ, ਵਹਿਮ ਭਰਮ ਉਹਦੇ ਵਿੱਚ ਗਰਕਿਆ ਹੋਇਆ ਸੀਗਾ। ਉਹ ਜਿਹੜੀ ਉਹਦੀ ਰੂਲਿੰਗ ਅਥਾਰਟੀ ਸੀਗੀ ਉਹ ਪੰਡਤ ਸੀਗੇ, ਮੂਲੇ ਸੀਗੇ, ਜਿਸ ਤਰ੍ਹਾਂ ਕਿ ਆਪਾਂ ਦੇਖਦੇ ਹਾਂ ਫਰਾਂਸ ਦੇ ਵਿੱਚ ਪੌਪ ਰੂਲ ਕਰ ਰਹੇ ਸੀਗੇ। ਜਦੋਂ ਕੋਈ ਧਾਰਮਿਕ ਲੀਡਰ ਕਿਸੇ ਸੱਤਾ ਦੇ ਉੱਪਰ ਸੱਤਾਧਾਰੀ ਬਣ ਜਾਂਦਾ ਹੈ ਤਾਂ ਉਹ ਆਪਣੀ ਮਨਮਰਜ਼ੀ ਕਰਦਾ ਹੈ, ਅਤੇ ਉਸੇ ਤਰ੍ਹਾਂ ਇੱਕ ਅਨਟੱਚੇਬਿਲਟੀ ਸੋਸਾਇਟੀ ਦੇ ਵਿੱਚ ਉਸ ਵਕਤ ਬਹੁਤ ਸੀਗੀ। ਅਨਟੱਚੇਬਿਲਟੀ ਦਾ ਇਹ ਹਾਲ ਸੀਗਾ ਕਿ ਲੋਕਾਂ ਨੂੰ ਪਬਲਿਕ ਪਲੇਸਿਸ ਦੇ ਉੱਪਰ ਜਿਨ੍ਹਾਂ ਨੂੰ ਇਹ ਨੀਵੀਂ ਕਾਸਟ ਦੇ ਜਾਂ ਨੀਵੀਂ ਜਾਤ ਦੇ ਸਮਝਦੇ ਸੀਗੇ ਉਹਨਾਂ ਨਾਲ ਪੂਰੀ ਤੌਰ 'ਤੇ ਸੋਸ਼ਲ ਬਾਈਕਾਟ ਕੀਤਾ ਜਾਂਦਾ ਸੀ। ਪਬਲਿਕ ਪਲੇਸ ਦੇ ਉੱਪਰ ਵਿਤਕਰਾ ਹੁੰਦਾ ਸੀ, ਇਨਇਕੁਐਲਿਟੀ ਦੇ ਵਿੱਚ ਹੁੰਦਾ ਸੀ। ਅਤੇ ਇਹਨਾਂ ਸਭ ਦੇ ਵਿੱਚ ਜਿਹਦੀ ਸਭ ਤੋਂ ਬੁਰੀ ਹਾਲਤ ਸੀਗੀ ਉਹ ਸੀਗੀ ਵਿਮੈਨਸ ਦੀ, ਚਾਹੇ ਉਹ ਅਮੀਰ ਸਮਾਜ 'ਚ ਹੋਵੇ ਜਾਂ ਫਿਰ ਗਰੀਬ ਦੀ। ਜਿਹੜੀ ਵਿਮੈਨਸ ਦੀ ਪੋਜੀਸ਼ਨ ਇੰਨੀ ਕੁ ਮਾੜੀ ਸੀਗੀ, ਉਹਦੀ ਛੋਟੀ ਉਮਰ 'ਚ, ਯਾਨੀ ਕਿ ਜਿਹੜੀ ਚਾਈਲਡ ਮੈਰਿਜ ਆਪਾਂ ਅੱਜ ਦੇ ਜ਼ਮਾਨੇ 'ਚ ਕਹਿੰਦੇ ਹਾਂ ਚਾਈਲਡ ਮੈਰਿਜ, ਉਹ ਉਹਨਾਂ ਦਾ ਬਾਲ ਵਿਵਾਹ ਕਰ ਦਿੱਤਾ ਜਾਂਦਾ ਸੀ। ਪੁਰਦਾ ਸਿਸਟਮ, ਉਹਨਾਂ ਨੂੰ ਘੁੰਡ ਘੱਟ ਕੇ ਰੱਖਣਾ ਪੈਂਦਾ ਸੀ, ਜਿਸ ਕਰਕੇ ਜਿਹੜਾ ਉਹਨਾਂ ਦਾ ਟੈਲੈਂਟ ਆ ਉਹ ਉੱਥੇ ਰਹਿ ਜਾਂਦਾ ਸੀ, ਉਹਨਾਂ ਨੂੰ ਕਿਤੇ ਵੀ ਬਾਹਰ ਜਾਣ ਦੀ ਜਾਂ ਪੜ੍ਹਨ ਦੀ ਇਜਾਜ਼ਤ ਨਹੀਂ ਸੀਗੀ। ਜੇ ਉਹ ਕਿਸੇ ਕਾਰਨ ਕਰਕੇ, ਅਤੇ ਬੰਗਾਲ ਦੇ ਵਿੱਚ ਤਾਂ ਇਹ ਹਾਲ ਸੀਗੇ ਕਿ ਇੱਕ ਵੱਡੀ ਉਮਰ ਦੇ ਬਜ਼ੁਰਗ ਉਹ ਵੀ ਛੋਟੀ ਉਮਰ ਦੀਆਂ ਕੁੜੀਆਂ ਨਾਲ ਵਿਆਹ ਕਰਾ ਲੈਂਦੇ ਜਾਂਦੇ ਸੀ, ਅਤੇ ਉਹਨਾਂ ਦਾ ਵਿਆਹ ਸਿਰਫ ਇੱਕ ਨਾਮ ਦਾ ਵਿਆਹ ਹੁੰਦਾ ਸੀਗਾ। ਜਦੋਂ ਉਹਨਾਂ ਦਾ ਹਸਬੈਂਡ ਮਰ ਜਾਂਦਾ ਸੀ ਜਾਂ ਘਰ ਵਾਲਾ ਮਰ ਜਾਂਦਾ ਸੀ ਤਾਂ ਉਹਨਾਂ ਨੂੰ ਜਬਰੀ, ਇੱਕ ਸੋਸ਼ਲ ਈਵਲ ਸੀਗਾ ਸਤੀ ਪ੍ਰਥਾ ਉਦੋਂ ਬਹੁਤ ਪ੍ਰੀਵੈਲੈਂਟ ਸੀਗੀ, ਉਹਨਾਂ ਨੂੰ ਸਤੀ ਕਰ ਦਿੱਤਾ ਜਾਂਦਾ ਸੀ। ਜੇ ਉਹ ਕਿਸੇ ਕਾਰਨ ਕਰਕੇ ਸਤੀ ਬਚ ਜਾਂਦੀ ਸੀ ਹੋਣ ਤੋਂ, ਤਾਂ ਉਹਦੀ ਜਿਹੜੀ ਸੋਸ਼ਲ ਜਿਹੜੀ ਲਾਈਫ ਸੀਗੀ ਉਹ ਇੰਨੀ ਕੁ ਨਰਕ ਭਰੀ ਸੀ ਕਿ ਜ਼ਿੱਲਤ ਭਰੀ ਸੀ, ਉਹ ਕੁਛ ਵੀ ਨਹੀਂ ਸੀ ਕਰ ਸਕਦੀ, ਅਤੇ ਉਹਨੂੰ ਅਨਟੱਚੇਬਲਸ ਵਰਗਾ ਉਹਦੇ ਨਾਲ ਵਿਵਹਾਰ ਕੀਤਾ ਜਾਂਦਾ ਸੀ। ਫਿਰ ਉਸ ਤੋਂ ਬਾਅਦ ਆਉਂਦੀ ਹੈ ਵਿਡੋ ਰੀਮੈਰਿਜ, ਇਹਦਾ ਕੋਈ ਕੰਸੈਪਟ ਹੀ ਨਹੀਂ ਸੀਗਾ ਉਦੋਂ। ਇਸ ਕਰਕੇ ਸਾਨੂੰ ਜਿਹੜੇ ਸੋਸ਼ਲ ਰਿਫਾਰਮਸ ਨੇ, ਸੋਸ਼ਲ ਰਿਫਾਰਮਰਸ ਨੂੰ ਜਦੋਂ ਉਹਨਾਂ ਨੂੰ ਜਾਗਰਤੀ ਆਈ, ਉਹਨਾਂ ਨੂੰ ਮਹਿਸੂਸ ਹੋਇਆ ਕਿ ਜਿਹੜੀ ਸਮਾਜ ਦੀਆਂ ਬੁਰਾਈਆਂ ਨੇ ਇਹਨਾਂ 'ਚ ਸੁਧਾਰ ਕਰਨਾ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਧਰਮ ਦੇ ਵਿੱਚ ਸੁਧਾਰ ਕਰਨਾ ਪਏਗਾ, ਕਿਉਂਕਿ ਜਿਹੜੇ ਸਾਡੇ ਸਮਾਜ ਦੀਆਂ ਬੁਰਾਈਆਂ ਹੁੰਦੀਆਂ ਨੇ ਇਹਦਾ ਸਿੱਧੇ ਜਾਂ ਅਸਿੱਧੇ ਤੌਰ 'ਤੇ ਸੰਬੰਧ ਧਰਮ ਦੇ ਨਾਲ ਹੁੰਦਾ, ਕਿ ਉਦੋਂ ਵੀ ਸੀਗਾ। ਇਸ ਕਰਕੇ ਕੁਝ ਸੋਸ਼ਲ ਰਿਫਾਰਮਸ ਕਰਨੇ ਪਏ, ਜਿਹਦੇ ਵਿੱਚ ਆਪਾਂ ਹੁਣ ਮੇਨ ਪੁਆਇੰਟਸ ਦੇਖਾਂਗੇ। ਰਿਫਾਰਮ ਮੂਵਮੈਂਟ ਸੀਗੀਆਂ ਜਿਹੜੀਆਂ ਰਿਫਾਰਮ ਮੂਵਮੈਂਟਸ ਹੁੰਦੀਆਂ ਸੀ, ਇਹਨੂੰ ਆਪਾਂ ਦੋ ਸਟਰੀਮਸ ਦੇ ਵਿੱਚ ਕਲਾਸੀਫਾਈ ਕਰ ਸਕਦੇ ਹਾਂ। ਇੱਕ ਨੇ ਰਿਵਾਈਵਲਿਸਟ, ਇੱਕ ਹੈ ਰਿਫਾਰਮਿਸਟ। ਦੋਨਾਂ ਦਾ ਮਕਸਦ ਸੇਮ ਸੀ, ਬਟ ਕੰਮ ਕਰਨ ਦਾ ਤਰੀਕਾ ਉਹ ਵੱਖਰਾ ਸੀ, ਉਹਨਾਂ ਦੀ ਜਿਹੜੀ ਪਿੱਛੇ ਥਿੰਕਿੰਗ ਸੀਗੀ, ਆਈਡੀਓਲੋਜੀ ਸੀਗੀ, ਉਹ ਵੱਖਰੀ ਸੀਗੀ। ਜਿਹੜੀ ਰਿਵਾਈਵਲਿਸਟ ਸੀਗੀ ਉਹ ਆਪਣੇ ਵੈਦਿਕ ਟਾਈਮ ਦੇ ਵਿੱਚ, ਯਾਨੀ ਕਿ ਜਿਹੜਾ ਉਹਦਾ ਪਾਸਟ ਆਪਣਾ ਟਾਈਮ ਸੀਗਾ, ਵੈਦਿਕ ਟਾਈਮਸ ਵਾਲਾ ਜਿਹੜਾ ਪੀਰੀਅਡ ਸੀਗਾ ਉਹਦੇ ਵਿੱਚ ਐਂਸ਼ੀਅੰਟ ਗਲੋਰੀ ਲੱਭਦੀ ਸੀਗੀ, ਯਾਨੀ ਕਿ ਉਹ ਆਪਣੇ ਪਾਸਟ ਨੂੰ ਉਹਨੂੰ ਰਿਵਾਈਵ ਕਰਨਾ ਚਾਹੁੰਦੇ ਸੀਗੇ। ਜਿਹੜੀ ਰਿਫਾਰਮਿਸਟ ਸੀਗੇ ਉਹ ਕਹਿੰਦੇ ਸੀ ਜਿਹੜੇ ਜੋ ਸਾਡੇ ਨਾਲ ਪੁਰਾਣਾ ਹੋ ਗਿਆ ਉਹਨੂੰ ਉੱਥੋਂ ਆਪਾਂ ਸਬਕ ਸਿੱਖਦੇ ਹੋਏ ਐਜ਼ ਏ ਉਹਨੂੰ ਇੰਸਟਰੂਮੈਂਟ ਆਪਣੀ ਅੱਜ ਦੀ ਜ਼ਿੰਦਗੀ ਦੇ ਵਿੱਚ ਕੁਛ ਨਵਾਂ ਸੁਧਾਰ ਕਰੀਏ। ਇਹ ਸੀਗਾ ਰਿਫਾਰਮਿਸਟ ਦਾ ਏਮ। ਇਸੇ ਤਰ੍ਹਾਂ ਇਹਨੂੰ ਕਲਾਸੀਫਾਈ ਕਰ ਸਕਦੇ ਹਾਂ ਰਿਫਾਰਮਿਸਟ ਮੂਵਮੈਂਟ ਅਤੇ ਰਿਵਾਈਵਲਿਸਟ ਮੂਵਮੈਂਟ। ਜਿਹੜੀਆਂ ਰਿਫਾਰਮਿਸਟ ਮੂਵਮੈਂਟਸ ਆਉਂਦੀਆਂ ਨੇ ਉਹ ਹੋ ਜਾਂਦੀਆਂ ਨੇ ਜਿਵੇਂ ਬ੍ਰਹਮੋ ਸਮਾਜ, ਰਾਜਾ ਰਾਮ ਮੋਹਨ ਰਾਏ ਦਾ, ਪ੍ਰਾਰਥਨਾ ਸਮਾਜ, ਇੱਕ ਅਲੀਗੜ੍ਹ ਮੂਵਮੈਂਟ ਸਰ ਸੈਯਦ ਅਹਿਮਦ ਖਾਨ ਦੀ। ਜਿਹੜੀਆਂ ਰਿਵਾਈਵਲਿਸਟ ਮੂਵਮੈਂਟ ਸੀਗੀਆਂ ਉਹਦੇ ਵਿੱਚ ਅੱਗੇ ਆ ਜਾਂਦੀ ਹੈ ਆਰਿਆ ਸਮਾਜ, ਉਹ 'ਚ ਆ ਜਾਂਦਾ ਆਪਣਾ ਆਰਿਆ ਸਮਾਜ, ਦਿਓਬੰਦ ਮੂਵਮੈਂਟ। ਹੁਣ ਜਿਹੜੀਆਂ ਇਹ ਔਰਗਨਾਈਜੇਸ਼ਨ ਸੀਗੀਆਂ ਅਤੇ ਹੁਣ ਆਪਾਂ ਉਹਨਾਂ ਦੇ ਫਾਊਂਡਰ ਕਰਾਂਗੇ ਜਿਹੜੇ ਕਿ ਆਪਣੇ ਪੇਪਰ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਨੇ। ਇੱਕ ਔਰਗਨਾਈਜੇਸ਼ਨ ਸੀਗੀ ਇੰਡੀਅਨ ਸੋਸ਼ਲ ਕਾਨਫਰੰਸ, ਜਿਹਨੂੰ ਐਸਟੈਬਲਿਸ਼ ਕੀਤਾ ਸੀ MG ਰਾਨਾਡੇ ਅਤੇ ਰਘੂਨਾਥ ਰਾਓ ਨੇ। ਜਿਹੜੀਆਂ ਰਿਫਾਰਮ ਮੂਵਮੈਂਟ ਸੀਗੀਆਂ ਇਹਨਾਂ ਦਾ 2 ਪੁਆਇੰਟ ਏਜੰਡਾ ਸੀਗਾ, ਯਾਨੀ ਕਿ ਇੱਕ ਤਾਂ ਤੁਹਾਨੂੰ ਦੱਸਿਆ ਜਿਹੜੀ ਵੀਮੈਨ ਦੀ ਪੋਜੀਸ਼ਨ ਸੀ ਉਹ ਬਹੁਤ ਮਾੜੀ ਸੀ ਸੋਸ਼ਲ ਦੇ ਵਿੱਚ, ਸੋਸਾਇਟੀ ਦੇ ਵਿੱਚ, ਅਤੇ ਉਸ ਤੋਂ ਬਾਅਦ ਜਿਹੜੀ ਅਨਟੱਚੇਬਿਲਟੀ ਉਹ ਬਹੁਤ ਹੀ ਪ੍ਰੀਵੈਲੈਂਟ ਸੀਗੀ। ਹਰ ਸਟੈਪ ਦੇ ਉੱਪਰ ਅਨਟੱਚੇਬਿਲਟੀ ਨਾਲ, ਜਿਹੜੇ ਅਨਟੱਚੇਬਲ ਜਿਹਨਾਂ ਨੂੰ ਇਹ ਲੋਅ ਕਾਸਟ ਦੇ ਲੋਕ ਕਹਿੰਦੇ ਸੀਗੇ, ਉਹਨਾਂ ਨਾਲ ਬਹੁਤ ਬੁਰਾ ਵਤੀਰਾ ਕੀਤਾ ਜਾਂਦਾ ਸੀ। ਫਿਰ ਉਸ ਤੋਂ ਬਾਅਦ ਜਿਹੜੇ ਆਪਾਂ ਸਟੈਪਸ ਚੱਕੇ ਨੇ
ਵਿਮਨ ਦੀ ਪੋਜੀਸ਼ਨ ਨੂੰ ਸੁਧਾਰਨ ਦੇ ਲਈ ਉਹ ਜਿਹੜਾ ਸਭ ਤੋਂ ਅਹਿਮ ਸਟੈਪ ਆਉਂਦਾ ਹੈ ਅਬੋਲਿਸ਼ਨ ਆਫ ਸਤੀ। ਐਬੋਲਿਸ਼ਨ ਆਫ ਸਤੀ ਆਪਾਂ 1829 'ਚ ਕੀਤੀ ਸੀਗੀ ਰਾਜਾ ਰਾਮ ਮੋਹਨ ਰਾਏ ਦੀ ਐਫਰਟਸ ਦੇ ਨਾਲ। ਲਾਰਡ ਵਿਲੀਅਮ ਬੈਂਟਿਕ ਦੇ ਉਸ ਵਕਤ ਉਹਦਾ ਰਾਈਨ ਸੀਗਾ, ਯਾਨੀ ਕਿ ਉਸ ਵਕਤ ਇਹ ਗਵਰਨਰ ਜਨਰਲ ਸੀਗਾ ਲਾਰਡ ਵਿਲੀਅਮ ਬੈਂਟਿਕ, ਜਦੋਂ ਇਹ ਆਪਾਂ ਸਤੀ ਰਿਮੂਵ ਕੀਤੀ ਹੈ। ਫਿਰ ਉਸੇ ਤਰ੍ਹਾਂ ਨੈਕਸਟ ਸਟੈਪ ਹੈ ਵਿਮਨ ਵਿਡੋ ਰੀਮੈਰਿਜ। 1856 ਦਾ ਇਹ ਐਕਟ ਹੈ ਜਿਹਦੇ ਵਿੱਚ ਈਸ਼ਵਰ ਚੰਦਰ ਵਿਦਿਆ ਸਾਗਰ ਦਾ ਜਿਹੜਾ ਰੋਲ ਹੈ ਇਸ ਐਕਟ ਨੂੰ ਵਿਡੋਜ਼ ਰੀਮੈਰਿਜ ਨੂੰ ਪਾਸ ਕਰਾਉਣ ਦੇ ਲਈ ਬਹੁਤ ਅਹਿਮ ਰਿਹਾ। ਫਿਰ ਪ੍ਰੀਵੈਂਟਿੰਗ ਫੀਮੇਲ ਇਨਫੈਂਟੀਸਾਈਡ ਯਾਨੀ ਕਿ ਭਰੂਣ ਹੱਤਿਆ, ਇਹਨੂੰ ਰੋਕਣ ਲਈ 1870 ਦੇ ਵਿੱਚ ਇੱਕ ਐਕਟ ਪਾਸ ਹੋਇਆ ਜਿਹਦੇ ਅਕੋਰਡਿੰਗ ਜਿਹੜਾ ਇੱਕ ਨਵਾਂ ਜਨਮਿਆ ਬੱਚਾ ਸੀ ਉਹਦਾ ਜਿਹੜਾ ਬਰਥ ਹੈ ਉਹ ਰਜਿਸਟਰ ਕਰਾਉਣਾ ਪੈਂਦਾ ਸੀ। ਫਿਰ ਇਸੇ ਤਰ੍ਹਾਂ ਛੋਟੀ ਉਮਰ ਦੇ ਵਿੱਚ ਵਿਆਹ ਨੂੰ ਰੋਕਣ ਦੇ ਲਈ ਪਾਸ ਹੁੰਦਾ ਸ਼ਾਰਦਾ ਐਕਟ 1930 ਦੇ ਵਿੱਚ। ਇਹਦੇ ਵਿੱਚ ਜਿਹੜੀ ਬॉयਜ਼ ਏਜ ਹੈ ਉਹ 14 ਸਾਲ ਰੱਖੀ ਜਾਂਦੀ ਹੈ ਅਤੇ ਕੁੜੀਆਂ ਦੀ ਏਜ ਹੁੰਦੀ ਹੈ 18 ਸਾਲ। ਫਿਰ ਉਹ ਤੋਂ ਬਾਅਦ ਇੱਕ ਨੈਕਸਟ ਸਟੈਪ ਇੱਕ ਹੋਰ ਐਕਟ ਆਉਂਦਾ ਹੈ ਚਾਈਲਡਸ ਮੈਰਿਜ ਰੀਸਟ੍ਰੇਂਟ ਅਮੈਂਡਮੈਂਟ ਐਕਟ, ਇਹ 1978 ਦਾ। ਇਹਦੇ ਵਿੱਚ 18 ਸਾਲ ਉਮਰ ਕਰ ਦਿੱਤੀ ਜਾਂਦੀ ਹੈ ਕੁੜੀਆਂ ਦੀ ਵਧਾ ਕੇ, ਪਹਿਲਾਂ 14 ਸਾਲ ਸੀਗੀ, ਪਹਿਲਾਂ 18 ਸਾਲ ਸੀਗੀ, ਫਿਰ ਹੁਣ 18 ਸਾਲ ਕੁੜੀਆਂ ਦੀ ਹੈ ਅਤੇ ਮੁੰਡਿਆਂ ਦੀ ਜਿਹੜੀ 14 ਸਾਲ ਸੀਗੀ ਉਹਨੂੰ 21 ਸਾਲ ਕਰਤਾ। ਫਿਰ ਉਹ ਤੋਂ ਅੱਗੇ ਨੈਕਸਟ ਸਟੈਪ ਆ ਜਾਂਦਾ ਹੈ ਵੁਡਜ਼ ਡਿਸਪੈਚ। ਵੁਡਜ਼ ਡਿਸਪੈਚ 1854 'ਚ ਇਹ ਇੱਕ ਐਕਟ ਪਾਸ ਕੀਤਾ ਜਾਂਦਾ ਹੈ। ਇਹਦਾ ਜਿਹੜਾ ਮੇਨ ਫੋਕਸ ਹੁੰਦਾ ਐਮਫੈਸਿਸ ਹੁੰਦਾ ਉਹ ਵਿਮਨ ਐਜੂਕੇਸ਼ਨ ਦੇ ਉੱਪਰ ਹੁੰਦਾ ਹੈ। ਅਤੇ ਫਿਰ ਬੈਥੂਨ ਸਕੂਲ ਜਿਹੜਾ ਕਿ ਫਾਊਂਡ ਕੀਤਾ ਜਾਂਦਾ ਹੈ ਵਿਮਨ ਐਜੂਕੇਸ਼ਨ ਦੇ ਲਈ JED ਬੈਥੂਨ ਦੁਆਰਾ ਕਲਕੱਤਾ ਦੇ ਵਿੱਚ। ਬੈਥੂਨ ਜਿਹੜਾ ਸਕੂਲ ਹੈ ਉਹਨੂੰ ਫਾਊਂਡ ਕੀਤਾ ਜਾਂਦਾ JED ਬੈਥੂਨ ਦੁਆਰਾ ਇਨ ਕਲਕੱਤਾ ਇਨ 1849। ਆਪਾਂ ਇਹਦੀ ਜਿਹੜੀ ਕਰੋਨੋਲੋਜੀ ਉਹ ਧਿਆਨ 'ਚ ਰੱਖਣੀ ਹੈ। ਅਕਸਰ ਇਹ ਆਪਾਂ ਨੂੰ ਕਰੋਨੋਲੋਜੀ ਪੁੱਛੀ ਜਾਂਦੀ ਹੈ, ਜੇ ਆਪਾਂ ਇਹਦੇ ਈਅਰਸ ਯਾਦ ਰੱਖ ਸਕਦੇ ਹਾਂ ਤਾਂ ਇਹਦੀ ਕਰੋਨੋਲੋਜੀ ਬਹੁਤ ਸੌਖੇ ਤਰੀਕੇ ਨਾਲ ਯਾਦ ਰੱਖ ਲਾਂਗੇ। ਫਿਰ ਹੁਣ ਇਹ ਹਾਲਤ ਆ ਗਈ ਸੀਗੀ ਕਿ ਵਿਮਨਸ ਨੂੰ ਆਪਣੇ ਹੱਕਾਂ ਦਾ ਪਤਾ ਲੱਗ ਗਿਆ ਵੀ ਸਾਡੇ ਹੱਕ ਕੀ ਨੇ। ਸਾਡੇ ਨਾਲ ਐਕਸਪਲੋਇਟੇਸ਼ਨ ਹੁੰਦੀ, ਪਹਿਲਾਂ ਨੂੰ ਪਤਾ ਹੀ ਨਹੀਂ ਸੀ ਲੱਗਦਾ ਵੀ ਸਾਡੇ ਨਾਲ ਐਕਸਪਲੋਇਟੇਸ਼ਨ ਹੋ ਰਹੀ ਹੈ। ਜਦੋਂ ਵਿਮਨਸ ਨੂੰ ਪਤਾ ਲੱਗਿਆ ਤਾਂ ਕੁਛ ਕੁ ਵਿਮਨਸ ਉਹਨਾਂ ਨੇ ਆਪਣੀ ਪਹਿਲ ਕੀਤੀ, ਆਰਗੇਨਾਈਜੇਸ਼ਨਸ ਫਾਰਮ ਕੀਤੀ ਅਤੇ ਇਸੀ ਡਿਵੈਲਪਮੈਂਟ ਦੇ ਦਾ ਨਤੀਜਾ ਸੀ ਸਰਲਾ ਦੇਵੀ ਚੌਧਰਾਣੀ। ਉਹ ਫਸਟ ਮੀਟਿੰਗ ਬੁਲਾਉਂਦੀ ਹੈ ਭਾਰਤੀ ਸਤਰੀ ਮੰਡਲ ਇਨ ਇਲਾਹਾਬਾਦ। ਜਿਹੜੀ ਸਰਲਾ ਦੇਵੀ ਚੌਧਰਾਣੀ ਹੈ ਇਹਨੂੰ ਕੰਸੀਡਰ ਕੀਤਾ ਜਾਂਦਾ ਫਸਟ ਮੇਜਰ ਇੰਡੀਅਨ ਵਿਮਨ ਆਰਗੇਨਾਈਜੇਸ਼ਨ ਸੈਟਅਪ ਬਾਏ ਏ ਵਿਮਨ। ਜਿਹੜੀ ਇਹਦੀ ਆਰਗੇਨਾਈਜੇਸ਼ਨ ਸੀ ਉਹਦਾ ਨਾਮ ਸੀਗਾ ਭਾਰਤੀ ਸਤਰੀ ਮੰਡਲ। ਨੈਕਸਟ ਹੈ ਰਾਮਾਬਾਈ ਰਾਨਾਡੇ। ਰਾਮਾਬਾਈ ਰਾਨਾਡੇ ਨੇ ਆਪਣੀ ਆਰਗੇਨਾਈਜੇਸ਼ਨ ਫਾਊਂਡ ਕੀਤੀ ਸੀ, ਉਹਦਾ ਨਾਮ ਹੈ ਲੇਡੀਜ਼ ਸੋਸ਼ਲ ਕਾਨਫਰੰਸ। ਇਹ ਭਾਰਤ ਮਹਿਲਾ ਪ੍ਰੀਸ਼ਦ ਦਾ ਦੂਜਾ ਨਾਮ ਹੈ। ਇਸੇ ਤਰ੍ਹਾਂ ਪੰਡਿਤਾ ਰਾਮਾਬਾਈ ਹੈ ਨੈਕਸਟ, ਪੰਡਿਤਾ ਰਾਮਾਬਾਈ ਸਰਸਵਤੀ। ਇਹਨੇ ਫਾਊਂਡ ਕੀਤਾ ਸੀ ਆਰਿਆ ਮਹਿਲਾ ਸਮਾਜ। ਅਤੇ ਆਲ ਇੰਡੀਆ ਵਿਮਨਸ ਕਾਨਫਰੰਸ ਫਾਊਂਡ ਕੀਤੀ ਸੀ ਮਾਰਗਰੇਟ ਕਜ਼ਨ ਨੇ 1927 ਦੇ ਵਿੱਚ। ਆਪਾਂ ਨੇ ਜਿਹੜਾ ਇਸ ਵਿੱਚ ਯਾਦ ਰੱਖਣੇ ਨੇ ਮੇਨ ਪੁਆਇੰਟਸ ਨੇ ਵਿਮਨਸ ਨੇ ਅਤੇ ਉਹਨਾਂ ਦੀਆਂ ਆਰਗੇਨਾਈਜੇਸ਼ਨਸ। ਇਸੇ ਤਰ੍ਹਾਂ ਜਿਹੜੀਆਂ ਹੋਰ ਆਰਗੇਨਾਈਜੇਸ਼ਨ ਸੀਗੀਆਂ ਅਤੇ ਜਿਹੜੇ ਹੋਰ ਆਪਣੇ ਸੋਸ਼ਲ ਰਿਫਾਰਮਰਸ ਸੀਗੇ ਉਹਨਾਂ ਦੇ ਵਿੱਚੋਂ ਮੇਨ ਸੀਗੇ ਮਹਾਤਮਾ ਗਾਂਧੀ, ਅਤੇ ਉਹਨਾਂ ਦੀ ਆਰਗੇਨਾਈਜੇਸ਼ਨ ਦਾ ਨਾਮ ਹੈ ਅਪਲਿਫਟਮੈਂਟ ਕਰਨ ਲਈ ਹਰੀਜਨਸ ਦੇ ਲਈ ਆਲ ਇੰਡੀਆ ਹਰੀਜਨ ਸੰਘ। 1932 'ਚ ਇਹ ਉਹਨਾਂ ਨੇ ਐਸਟੈਬਲਿਸ਼ ਕੀਤਾ ਸੀ। ਅਤੇ ਮਹਾਤਮਾ ਗਾਂਧੀ ਨੇ ਇਹ ਲਾਈਨ ਕਹੀ ਸੀ ਜਿਹੜੇ ਸ਼ਾਸਤਰਾਜ਼ ਨੇ ਡਿਡ ਨੋਟ ਸੈਂਕਸ਼ਨ ਅਨਟੱਚੇਬਿਲਿਟੀ ਇਫ ਦੇ ਡਿਡ ਦੈਨ ਦੇ ਸ਼ੁੱਡ ਬੀ ਇਗਨੋਰਡ। ਕੋਈ ਵੀ ਸ਼ਾਸਤਰ ਛੂਆਛੂਤ ਦੀ ਇਜਾਜ਼ਤ ਨਹੀਂ ਦਿੰਦਾ, ਜੇ ਦਿੰਦਾ ਹੈ ਤਾਂ ਉਹਨੂੰ ਇਗਨੋਰ ਕਰ ਦਿਓ। ਨੈਕਸਟ ਹੈ ਜੋਤੀਬਾ ਫੂਲੇ। ਇੱਕ ਲੋ ਕਾਸਟ ਮਾਲੀ ਫੈਮਿਲੀ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਬੋਰਨ ਹੁੰਦੇ ਨੇ। ਇਹਨਾਂ ਦਾ ਜਿਹੜੀ ਇਹਨਾਂ ਦੀ ਮੇਨ ਆਪੋਜੀਸ਼ਨ ਸੀਗਾ ਉਹ ਬ੍ਰਾਹਮਣਿਕਲ ਸਮਾਜ ਦੇ ਡੋਮੀਨੇਸ਼ਨ ਨੂੰ ਉਹਦੇ ਅਗੇਂਸਟ ਸੀਗਾ। ਅਤੇ ਇਹਨਾਂ ਦੀ ਜਿਹੜੀ ਆਰਗੇਨਾਈਜੇਸ਼ਨ ਆ ਉਹਦਾ ਨਾਮ ਹੈ ਜੋਤੀਬਾ ਫੂਲੇ ਨੇ ਸੱਤਿਆ ਸੋਧਕ ਸਮਾਜ। ਇਹਨਾਂ ਨੇ ਇੱਕ ਸੱਤਿਆ ਸੋਧਕ ਸਮਾਜ ਦੇ ਨਾਮ ਦੀ ਜਿਹੜੀ ਆਰਗੇਨਾਈਜੇਸ਼ਨ ਉਹ ਫਾਊਂਡ ਕੀਤੀ ਸੀਗੀ। ਫਿਰ ਆ ਜਾਂਦੇ ਨੇ ਆਪਣੇ EV ਰਾਮਾ ਸਵਾਮੀ ਨਾਇਕਰ। ਇਹਨਾਂ ਨੇ ਫਾਊਂਡ ਕੀਤਾ ਸੀ ਸੈਲਫ ਰਿਸਪੈਕਟ ਮੂਵਮੈਂਟ। ਨੈਕਸਟ ਹੈ ਕੇਰਲਾ ਤੋਂ ਸ਼੍ਰੀ ਨਾਰਾਇਣਨ ਗੁਰੂ। ਜਿਹੜੀ ਸ਼੍ਰੀ ਨਾਰਾਇਣਨ ਗੁਰੂ ਨੇ ਇੱਕ ਸਲੋਗਨ ਦਿੱਤਾ ਸੀਗਾ ਵਨ ਕਾਸਟ ਵਨ ਰਿਲੀਜਨ ਵਨ ਕਾਸਟ ਵਨ ਗੋਡ ਫॉर ਮੈਨਕਾਈਂਡ। ਅਤੇ ਇੱਕ ਇਹਨਾਂ ਦਾ ਡਿਸਾਈਪਲ ਸੀਗਾ ਸਧਾਰਨ ਅਯੱਪਨ ਨੇ ਜਿਹੜਾ ਇਹਦਾ ਸਲੋਗਨ ਦਿੱਤਾ ਹੋਇਆ ਸੀ ਨਾਰਾਇਣਨ ਗੁਰੂ ਦਾ ਉਹਨੂੰ ਚੇਂਜ ਕਰਤਾ ਸੀ। ਉਹਨੇ ਕਹਿਤਾ ਸੀਗਾ ਨੋ ਰਿਲੀਜਨ ਨੋ ਕਾਸਟ ਨੋ ਗੋਡ ਫॉर ਮੈਨਕਾਈਂਡ। ਇਸੇ ਤਰ੍ਹਾਂ ਸਭ ਤੋਂ ਇੰਪੋਰਟੈਂਟ ਆਰਗੇਨਾਈਜੇਸ਼ਨ ਇਹਨਾਂ ਦੇ ਵਿੱਚ BR ਅੰਬੇਦਕਰ ਦੀ, ਜਿਹੜੀ ਕਿ ਐਸਟੈਬਲਿਸ਼ ਕੀਤੀ ਸੀ 1924 ਦੇ ਵਿੱਚ। ਬਹਿਸ਼ਕ੍ਰਿਤ ਹਿਤਕਾਰਨੀ ਸਭਾ
ਹਿਤਕਾਰਨੀ ਸਭਾ। ਫਿਰ ਬੀ ਆਰ ਅੰਬੇਦਕਰ ਦੀ ਲਾਈਫ ਨਾਲ ਇੱਕ ਇੰਪੋਰਟੈਂਟ ਈਵੈਂਟ ਹੋਰ ਐਸੋਸੀਏਟਿਡ ਹੈ, ਮਹਾਦ ਸੱਤਿਆਗ੍ਰਹਿ 1927 ਦੇ ਵਿੱਚ। ਮਹਾਦ ਇੱਕ ਟਾਊਨ ਦਾ ਨਾਮ ਹੈ, ਇਹਦੇ ਵਿੱਚ ਇਹ ਇੱਕ ਬੀ ਆਰ ਅੰਬੇਦਕਰ ਮਹਾਦ ਟਾਊਨ ਤੋਂ ਇੱਕ ਪਬਲਿਕ ਪਾਊਂਡ ਦੇ ਵੱਲ ਆਪਣੇ ਜਿਨ੍ਹਾਂ ਨੂੰ ਅਨਟੱਚੇਬਲ ਜਾਂ ਲੋਅਰ ਕਾਸਟ ਕਹਿੰਦੇ ਸੀ ਉਹਨਾਂ ਦਾ ਇੱਕ ਜੱਥਾ ਲੈ ਕੇ 2700 ਕੁਛ ਬੰਦਿਆਂ ਦਾ, ਅਪਰੋਕਸ 2700 ਬੰਦਿਆਂ ਦਾ ਉਸ ਪਬਲਿਕ ਪਾਊਂਡ 'ਤੇ ਜਾਂਦੇ ਨੇ, ਜਿੱਥੇ ਕਿ ਅਨਟੱਚੇਬਲਸ ਨੂੰ ਇਸ ਦੀ ਇਜਾਜ਼ਤ ਨਹੀਂ ਸੀਗੀ ਅਤੇ ਉਹ ਪਬਲਿਕ ਪਲੇਸ 'ਤੇ ਆ ਕੇ ਜਿੱਥੋਂ ਆਮ ਲੋਕ ਪਾਣੀ ਪੀਂਦੇ ਨੇ ਉਹ ਪਾਣੀ ਪੀ ਸਕਣ। ਅਤੇ ਇਸ ਦੇ ਵਿੱਚ ਉਹਨਾਂ ਨੇ ਜਾ ਕੇ ਜਿਹੜੀ ਇਹ ਮਨੋਪਲੀ ਸੀ ਬ੍ਰਾਹਮਣਾਂ ਦੀ ਜਾਂ ਅਪਰ ਕਾਸਟ ਦੀ, ਹਿੰਦੂਜ਼ ਦੀ, ਉਹਨੂੰ ਤੋੜਨ ਦੇ ਲਈ ਉਹਨਾਂ ਨੇ ਆਪਣੇ ਜੱਥੇ ਦੇ ਨਾਲ ਉੱਥੇ ਤਲਾਅ 'ਚੋਂ ਜਾ ਕੇ ਪਾਣੀ ਪੀਤਾ ਅਤੇ ਇਹ ਐਲਾਨ ਕਰਤਾ ਅੱਜ ਤੋਂ ਜਿਹੜੀ ਇਨਇਕੁਐਲਿਟੀ ਉਹਦਾ ਖਾਤਮਾ ਹੋ ਗਿਆ। ਅਤੇ ਸਿੰਬਲ ਵਜੋਂ ਮਨੂ ਸਮ੍ਰਿਤੀ ਜਿਹੜੀ ਹਿੰਦੂ ਲਾਅ ਬੁੱਕ ਹੈ ਉਹਨੂੰ ਉਹਨੇ ਅਗਨ ਭੇਟ ਕਰਤਾ ਸੀ, ਜਲਾਤਾ ਸੀਗਾ। ਇਹ ਸੀਗਾ ਮਹਾਦ ਸੱਤਿਆਗ੍ਰਹਿ ਜਿਹਦਾ ਸੰਬੰਧ ਬੀ ਆਰ ਅੰਬੇਦਕਰ ਨਾਲ ਹੈ। 1927 ਦੇ ਦੀ ਇਹ ਘਟਨਾ ਹੈ। ਅੱਜ ਦਾ ਜਿਹੜਾ ਆਪਣਾ ਚੈਪਟਰ ਹੈ ਉਹ ਇੰਨਾ ਕੀ ਸੀਗੇ, ਅਤੇ ਜਿਹੜੇ ਇਸਦੇ ਪੁਆਇੰਟਸ ਨੇ ਉਹ ਤੁਸੀਂ ਨੋਟਸ ਕਰ ਲਏ ਹੋਣਗੇ। ਜੇ ਨਹੀਂ ਕੀਤੇ ਤਾਂ ਇਹਦਾ ਜਿਹੜਾ ਡਾਊਨਲੋਡ ਲਿੰਕ ਹੈ ਉਹ ਡਿਸਕ੍ਰਿਪਸ਼ਨ ਦੇ ਵਿੱਚ ਟੈਲੀਗ੍ਰਾਮ ਚੈਨਲ ਦਾ ਲਿੰਕ ਦਿੱਤਾ ਹੋਇਆ, ਕਿਉਂਕਿ ਇਹਨੂੰ ਹੋਰ ਟੈਗ ਕਰਨ ਦਾ ਕਿਤੇ ਕੋਈ ਹੋਰ ਸੋਰਸ ਨਹੀਂ ਹੈਗਾ। ਕਈ ਵਾਰ ਆਪਣੀ ਜਿਹੜੀ ਲਿਮਟ ਹੈ ਉਹ ਜ਼ਿਆਦਾ ਕ੍ਰੋਸ ਹੋ ਜਾਂਦੀ ਹੈ PDF ਦੀ, ਇਸ ਕਰਕੇ ਟੈਲੀਗ੍ਰਾਮ ਇੱਕ ਵਧੀਆ ਸੋਰਸ ਲੱਗਿਆ, ਇਸ ਕਰਕੇ ਉਹਦਾ ਲਿੰਕ ਹੈ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ। ਤੁਸੀਂ ਉੱਥੇ ਜਾ ਕੇ ਇਸ ਟੈਲੀਗ੍ਰਾਮ ਤੋਂ ਜਿਹੜੇ ਇਹਦੇ ਨੋਟਸ ਨੇ ਉਹ ਡਾਊਨਲੋਡ ਕਰ ਸਕਦੇ ਹੋ। ਅਤੇ ਫੀਡਬੈਕ ਜ਼ਰੂਰ ਦਿਆ ਕਰੋ ਕਿ ਤੁਹਾਨੂੰ ਲੈਕਚਰ ਕਿਵੇਂ ਦਾ ਲੱਗਿਆ, ਤਾਂ ਤੁਹਾਨੂੰ ਹੋਰ ਕੀ ਇੰਪਰੂਵਮੈਂਟ ਚਾਹੀਦੀ ਹੈ ਇਹਦੇ ਵਿੱਚ। ਅਤੇ ਆਪਾਂ ਹੁਣ ਜਿਵੇਂ ਕਿ ਕੀਤਾ ਸੀਗਾ, ਕੱਲ੍ਹ ਨੂੰ ਆਪਾਂ ਇਹਨੂੰ ਫਿਰ ਤੋਂ ਇਹਦਾ ਇੱਕ ਕੁਇੱਕ ਆਪਾਂ ਰਿਵਿਊ ਦੇਖਾਂਗੇ ਜਦੋਂ ਨੈਕਸਟ ਲੈਕਚਰ ਆਪਾਂ ਸ਼ੁਰੂ ਕਰਾਂਗੇ। ਅਤੇ ਅੱਜ ਲਈ ਥੈਂਕ ਯੂ, ਅਤੇ ਸਬਸਕ੍ਰਾਈਬ ਸ਼ੇਅਰ ਕਰਨਾ ਨਾ ਭੁੱਲਿਓ। ਥੈਂਕ ਯੂ।